ਗੁਰਬਾਣੀ ਅਤੇ ਮੂਲ ਮੰਤਰ ਦੀ ਸ਼ਕਤੀ। ਮਨੁੱਖ ਕੁਝ ਸੰਸਕਾਰ ਤਾਂ ਪਿਛਲੇ ਜਨਮ ਦੇ ਲੈ ਕੇ ਇਸ ਸੰਸਾਰ ਵਿੱਚ ਆਉਂਦਾ ਹੈ, ਪਰ ਬਹੁਤਾ ਪ੍ਰਭਾਵ ਸੰਗਤ ਦਾ ਕਬੂਲਦਾ ਹੈ। ਜਿਹੋ ਜਿਹੀ ਸੰਗਤ ਪ੍ਰਾਪਤ ਹੋ ਜਾਂਦੀ ਹੈ, ਉਹੋ ਜਿਹੇ ਮਨੁੱਖ ਦੇ ਸੰਸਕਾਰ ਪ੍ਰਫੁੱਲਤ ਹੋ ਜਾਂਦੇ ਹਨ ਤੇ ਉਸੇ ਅਨੁਸਾਰ ਸੁਭਾਅ ਅਤੇ ਉਸ ਦੇ ਵਿਚਾਰ ਬਣ ਜਾਂਦੇ ਹਨ। ਸਰਦਾਰ ਹਰੀ ਸਿੰਘ ਜੀ ਵੀ ਮੁੱਢ ਤੋਂ ਕੁਝ ਨਾਸਤਿਕ ਵਿਚਾਰਾਂ ਦੇ ਸਨ। ਉਹਨਾਂ ਦੇ ਇਹਨਾਂ ਵਿਚਾਰਾਂ ਨੂੰ ਪੀੜਾ ਕਰਨ ਵਾਸਤੇ ਉਹਨਾਂ ਨੂੰ ਸੰਗਤ ਆਪਣੇ ਮਾਸੜ ਸਰਦਾਰ ਸੰਤੋਖ ਸਿੰਘ ਅਤੇ ਉਹਨਾਂ ਦੇ ਭਰਾ ਚਰਨ ਸਿੰਘ ਦੀ ਮਿਲ ਗਈ, ਜੋ ਪੱਕੇ ਨਾਸਤਿਕ ਵਿਚਾਰਾਂ ਦੇ ਧਾਰਨੀ ਸਨ। ਸਰਦਾਰ ਹਰੀ ਸਿੰਘ ਆਪਣੇ ਮਾਸੜ ਹੋਰਾਂ ਦੇ ਪੱਕੇ ਪੈਰੋਕਾਰ ਬਣ ਗਏ ਅਤੇ ਹੌਲੀ-ਹੌਲੀ ਸਾਰਾ ਪਰਿਵਾਰ ਹੀ ਇਹਨਾਂ ਦੇ ਵਿਚਾਰਾਂ ਦਾ ਧਾਰਨੀ ਬਣ ਗਿਆ। ਪੜ੍ਹਾਈ ਕਰਨ ਉਪਰੰਤ ਸਰਦਾਰ ਹਰੀ ਸਿੰਘ ਕੈਨੇਡਾ ਵਿੱਚ ਚਲੇ ਗਏ ਤੇ ਉੱਥੇ ਪੱਕੇ ਹੋਣ ਉਪਰੰਤ ਆਪਣੇ ਪਰਿਵਾਰ ਨੂੰ ਵੀ ਸੱਦ ਲਿਆ। ਇਹਨਾਂ ਦੇ ਘਰ 2 ਬੱਚੀਆਂ ਨੇ ਜਨਮ ਲਿਆ। ਕੁਦਰਤ ਨੇ 1977 ਵਿੱਚ ਇਹਨਾਂ ਦੇ ਘਰ ਇੱਕ ਬੱਚੇ ਨੂੰ ਜਨਮ ਦਿੱਤਾ, ਪਰ ਦੇਵਨੇਤ ਨਾਲ ਜਨਮ ਸਮੇਂ ਕਿਸੇ ਕਾਰਨ ਉਸ ਦੇ ਦਿਮਾਗ ਨੂੰ ਕੁਝ ਸਮਾਂ ਆਕਸੀਜਨ ਨਾ ਮਿਲ ਸਕੀ, ਜਿਸ ਕਾਰਨ ਬੱਚੇ ਦੇ ਦਿਮਾਗੀ ਸੈੱਲ ਮਰ ਗਏ। ਜੋ ਸੈੱਲ ਬਚੇ ਵੀ ਉਹ ਪੂਰਾ ਕੰਮ ਕਰਨ ਦੇ ਸਮਰੱਥ ਨਹੀਂ ਸਨ। ਦੁਨਿਆਵੀ ਵਸੀਲਿਆਂ ਅਨੁਸਾਰ ਡਾਕਟਰਾਂ ਨੇ ਇਲਾਜ ਕਰਨ ਪੱਖੋਂ ਕੋਈ ਵੀ ਕਸਰ ਬਾਕੀ ਨਾ ਛੱਡੀ, ਪਰ ਕੁਦਰਤ ਦੇ ਨਾਲ ਕੋਈ ਜ਼ੋਰ ਨਹੀਂ ਚੱਲ ਸਕਦਾ। ਬੱਚਾ ਜਿਸ ਦਾ ਨਾਂ ਸਰਜੀਤ ਸਿੰਘ ਰੱਖਿਆ ਗਿਆ, ਉਹ ਮਾਸ ਅਤੇ ਹੱਡੀਆਂ ਦਾ ਇੱਕ ਬੁੱਤ ਹੀ ਸੀ। ਜਿੱਥੇ ਜਿਸ ਹਾਲਤ ਵਿੱਚ ਉਸ ਨੂੰ ਰੱਖ ਦਿਓ, ਉਸੇ ਹਾਲਤ ਵਿੱਚ ਪਿਆ ਰਹਿੰਦਾ। 3 ਸਾਲ ਤੱਕ ਨਾ ਉਹ ਬੋਲ ਸਕਦਾ, ਨਾ ਬੈਠ ਸਕਦਾ ਤੇ ਨਾ ਹੀ ਆਪਣੇ ਆਪ ਕੁਝ ਖਾ ਸਕਦਾ ਸੀ। ਤੁਰਨਾ ਤਾਂ ਦੂਰ ਦੀ ਗੱਲ ਸੀ। ਹਰ 3 ਮਹੀਨੇ ਪਿੱਛੋਂ ਉਸ ਦਾ ਮੈਡੀਕਲ ਚੈੱਕਅਪ ਵੀ ਹੁੰਦਾ। ਕਈ ਵਾਰ ਡਾਕਟਰਾਂ ਦੇ ਬੋਰਡ ਬੈਠਦੇ, ਪਰ ਸਾਰਿਆਂ ਡਾਕਟਰਾਂ ਦੀ ਇੱਕੋ ਰਾਏ ਸੀ ਕਿ ਸੁਰਜੀਤ ਸਿੰਘ ਨਾਂ ਦਾ ਇਹ ਬੱਚਾ, ਜਿਸ ਦੇ ਜਨਮ ਸਮੇਂ ਦਿਮਾਗ ਨੂੰ ਆਕਸੀਜਨ ਨਹੀਂ ਮਿਲ ਸਕੀ, ਇਸ ਕਰਕੇ ਨਾ ਤਾਂ ਇਹ ਦਿਮਾਗੀ ਤੌਰ ਤੇ ਸੁਚੇਤ ਹੋਵੇਗਾ ਤੇ ਨਾ ਹੀ ਸਰੀਰਕ ਤੌਰ ਤੇ। ਇਹ ਬੱਚਾ ਅਪਾਹਜ ਹੀ ਰਹੇਗਾ, ਕਿਉਂਕਿ ਸਰੀਰ ਨੂੰ ਕੰਟਰੋਲ ਕਰਨ ਵਾਲੇ ਸਾਰੇ ਸੈੱਲ ਅਧਮੋਏ ਹੋ ਚੁੱਕੇ ਹਨ। ਜੋ ਵੀ ਗਵਰਨਮੈਂਟ ਅਪਾਹਜ ਬੱਚੇ ਨੂੰ ਸਹੂਲਤਾਂ ਦੇ ਸਕਦੀ ਸੀ, ਉਹ ਸਾਰੀਆਂ ਸਹੂਲਤਾਂ ਸੁਰਜੀਤ ਸਿੰਘ ਨੂੰ ਦੇਣ ਲਈ ਡਾਕਟਰੀ ਰਿਪੋਰਟ ਵਿੱਚ ਸਿਫਾਰਿਸ਼ ਕਰ ਦਿੱਤੀ ਗਈ ਅਤੇ ਨਾਲ ਹੀ ਵੈਨਕੂਵਰ ਦੇ ਵੱਡੇ ਹਸਪਤਾਲ ਵਿੱਚ ਵੱਖ-ਵੱਖ ਡਾਕਟਰੀ ਵਿਭਾਗਾਂ ਦੇ ਜੋ ਮੁਖੀ ਡਾਕਟਰ ਸਨ, ਉਹਨਾਂ ਪਾਸ 3 ਮਹੀਨੇ ਦੀ ਤਰੀਕ ਦੇ ਕੇ ਆਖਰੀ ਰਾਏ ਲੈਣ ਵਾਸਤੇ ਵੀ ਸਿਫਾਰਿਸ਼ ਕੀਤੀ ਗਈ। ਸੁਰਜੀਤ ਸਿੰਘ ਦੇ ਮਾਤਾ-ਪਿਤਾ ਆਪਣੀ ਪੂਰੀ ਤਨਦੇਹੀ ਨਾਲ ਉਸ ਦੀ ਸੇਵਾ ਕਰਦੇ ਤੇ ਮਨ ਵਿੱਚ ਬੱਚੇ ਦੇ ਅਪਾਹਜ ਹੋਣ ਦਾ ਝੋਰਾ ਵੀ ਲੱਗਾ ਰਹਿੰਦਾ। ਆਖਰ ਸਤੰਬਰ 1981 ਦਾ ਉਹ ਦਿਨ ਵੀ ਆ ਗਿਆ, ਜਿਸ ਦਿਨ ਸਾਰੇ ਵਿਭਾਗਾਂ ਦੇ ਮੁਖੀਆਂ ਦੇ ਬੋਰਡ ਨੇ ਸੁਰਜੀਤ ਸਿੰਘ ਦਾ ਫਾਈਨਲ ਚੈੱਕਅਪ ਕਰਕੇ ਆਖਰੀ ਰਿਪੋਰਟ ਦੇਣੀ ਸੀ। ਸਰਦਾਰ ਹਰੀ ਸਿੰਘ ਤੇ ਬੀਬੀ ਗੁਰਦੇਵ ਕੌਰ ਦਿੱਤੇ ਸਮੇਂ ਹਸਪਤਾਲ ਪਹੁੰਚ ਗਏ। ਵਾਰੀ ਆਉਣ ਤੇ ਡਾਕਟਰਾਂ ਨੇ ਸੁਰਜੀਤ ਸਿੰਘ ਦੇ ਪੈਰਾਂ ਤੋਂ ਲੈ ਕੇ ਸਿਰ ਤੱਕ ਸਾਰੇ ਸਰੀਰ ਦੀ ਸਕੈਨਿੰਗ ਕੀਤੀ ਤੇ ਲੋੜੀਂਦੇ ਐਕਸ-ਰੇ ਆਦਿਕ ਤੇ ਟੈਸਟ ਵੀ ਕੀਤੇ। ਸ਼ਾਮ ਨੂੰ ਜੋ ਰਿਪੋਰਟ ਦਿੱਤੀ, ਉਸ ਵਿੱਚ ਵੀ ਉਹਨਾਂ ਸਾਰਿਆਂ ਦੀ ਪਹਿਲੇ ਡਾਕਟਰਾਂ ਵਾਲੀ ਹੀ ਰਾਏ ਸੀ ਕਿ ਇਹ ਬੱਚਾ ਪੂਰਨ ਤੌਰ ਤੇ ਸਰੀਰਕ ਅਤੇ ਦਿਮਾਗੀ ਅਪਾਹਜ ਹੀ ਰਹੇਗਾ। ਥੋੜੀ ਬਹੁਤ ਦਵਾਈ ਵਿੱਚ ਵਾਧਾ ਕਰਕੇ ਸਰਦਾਰ ਹਰੀ ਸਿੰਘ ਹੋਰਾਂ ਨੂੰ ਦੇ ਦਿੱਤੀ ਤੇ ਹੌਸਲਾ ਦੇਣ ਵਾਲੇ ਲਹਿਜੇ ਵਿੱਚ ਡਾਕਟਰਾਂ ਨੇ ਸਾਰੀ ਗੱਲ ਦੱਸ ਦਿੱਤੀ ਤੇ ਨਾਲ ਹੀ ਕਿਹਾ ਕਿ ਡਾਕਟਰੀ ਤੌਰ ਤੇ ਜੋ ਸਾਡੀ ਸਾਇੰਸ ਅਗਵਾਈ ਕਰਦੀ ਹੈ, ਉਹ ਅਸੀਂ ਕਰ ਵੇਖਿਆ ਹੈ ਤੇ ਕਰ ਰਹੇ ਹਾਂ। ਜਨਮ ਤੋਂ ਹੀ ਬੱਚੇ ਦੇ ਦਿਮਾਗ ਨੂੰ ਆਕਸੀਜਨ ਨਾ ਮਿਲਣ ਕਰਕੇ ਦਿਮਾਗ ਅਧਮੋਇਆ ਹੋ ਚੁੱਕਾ ਹੈ। ਅਸੀਂ ਇਸ ਤੋਂ ਵੱਧ ਹੋਰ ਕੁਝ ਨਹੀਂ ਕਰ ਸਕਦੇ। ਤੁਸੀਂ ਪ੍ਰਮਾਤਮਾ ਅੱਗੇ ਇਸ ਲਈ ਪ੍ਰਾਰਥਨਾ ਕਰਿਆ ਕਰੋ। ਸੁਰਜੀਤ ਸਿੰਘ ਦੀ ਡਾਕਟਰੀ ਰਿਪੋਰਟ ਲੈਣ ਤੋਂ ਬਾਅਦ ਦੋਵੇਂ ਜੀ ਨਿਰਾਸ਼ਤਾ ਦਾ ਬੋਝ ਲੈ ਕੇ ਘਰ ਵਾਪਸ ਆ ਗਏ। ਨਿਰਾਸ਼ਤਾ ਕਾਰਨ ਦੋਵਾਂ ਜੀਆਂ ਨੇ ਕਾਫੀ ਸਮਾਂ ਆਪਸ ਵਿੱਚ ਕੋਈ ਗੱਲਬਾਤ ਵੀ ਨਾ ਕੀਤੀ। ਸਰਦਾਰ ਹਰੀ ਸਿੰਘ ਕਾਰ ਚਲਾ ਰਹੇ ਸਨ ਕਿ ਆਖਰ ਬੀਬੀ ਗੁਰਦੇਵ ਕੌਰ ਨੇ, ਜੋ ਉਹਨਾਂ ਦੀ ਧਰਮ ਪਤਨੀ ਸੀ, ਉਸ ਨੇ ਡਰਦੇ ਡਰਦੇ ਹੌਸਲਾ ਕਰਕੇ ਚੁੱਪ ਤੋੜੀ ਤੇ ਆਪਣੇ ਪਤੀ ਦੇਵ ਨੂੰ ਬੜੇ ਪਿਆਰ ਨਾਲ ਬੇਨਤੀ ਕੀਤੀ ਕਿ ਅਸੀਂ ਦੁਨਿਆਵੀ ਵਸੀਲੇ ਸਾਰੇ ਕਰਕੇ ਵੇਖ ਲਏ ਨੇ, ਡਾਕਟਰਾਂ ਨੇ ਵੀ ਆਪਣੀ ਪੂਰੀ ਵਾਹ ਲਾ ਲਈ ਹੈ। ਆਖਰੀ ਆਸ ਕੁਝ ਡਾਕਟਰਾਂ ਦੇ ਇਸ ਅੱਜ ਦੇ ਬੋਰਡ ਤੇ ਸੀ ਕਿ ਸ਼ਾਇਦ ਇਹ ਹੀ ਕੁਝ ਰੇਖ ਵਿੱਚ ਮੇਖ ਮਾਰ ਸਕਣ, ਪਰ ਇਹਨਾਂ ਨੇ ਵੀ ਸਾਡੇ ਹੱਥ ਨਿਰਾਸ਼ਤਾ ਦਾ ਚਿੱਠਾ ਫੜਾਉਣ ਅਤੇ ਥੋੜਾ ਧੀਰਜ ਦੇਣ ਤੋਂ ਵੱਧ ਹੋਰ ਕੁਝ ਵੀ ਸਾਡੇ ਪੱਲੇ ਨਹੀਂ ਪਾਇਆ।
ਸੰਸਾਰਕ ਪੱਖ ਤੋਂ ਤਾਂ ਸਾਡੇ ਸਾਹਮਣੇ ਹੁਣ ਹਨੇਰਾ ਹੀ ਹਨੇਰਾ ਹੈ। ਉਹ ਬੀਬੀ ਹੋਰੀ ਆਖਣ ਲੱਗੇ ਕਿ ਮੈਂ ਕਿਸੇ ਪਾਸੋਂ ਸੁਣਿਆ ਹੈ ਕਿ ਰਾਮਪੁਰ ਖੇੜੇ ਵਾਲੇ ਸੰਤ ਇੱਥੇ ਸਰਦਾਰ ਫੇਰਾ ਸਿੰਘ ਹੋਰਾਂ ਦੇ ਘਰ ਕੁਝ ਦਿਨਾਂ ਤੋਂ ਆਏ ਹੋਏ ਹਨ। ਜੇ ਤੁਸੀਂ ਮਹਿਸੂਸ ਨਾ ਕਰੋ ਤਾਂ ਅਸੀਂ ਉਹਨਾਂ ਪਾਸ ਚੱਲ ਕੇ ਬੇਨਤੀ ਕਰੀਏ, ਸ਼ਾਇਦ ਸਾਡੀ ਝੋਲੀ ਵਿੱਚ ਕੁਝ ਖੈਰ ਪੈ ਹੀ ਜਾਵੇ। ਬੀਬੀ ਗੁਰਦੇਵ ਕੌਰ ਦੀ ਇਹ ਗੱਲ ਸੁਣ ਕੇ ਸਰਦਾਰ ਹਰੀ ਸਿੰਘ, ਜੋ ਪਹਿਲਾਂ ਹੀ ਬੜੇ ਪਰੇਸ਼ਾਨ ਸਨ, ਕਹਿਣ ਲੱਗੇ ਕਿ ਵੈਨਕੂਵਰ ਦੇ ਚੋਟੀ ਦੇ ਡਾਕਟਰਾਂ ਨੇ, ਜਿਨ੍ਹਾਂ ਨੇ ਸਾਰੀ ਉਮਰ ਇਸ ਪਾਸੇ ਗਾਲ ਦਿੱਤੀ, ਆਪਣੇ ਕਿੱਤੇ ਵਿੱਚ ਇੰਨੇ ਮਾਹਰ ਹਨ ਕਿ ਇੱਕ ਵਾਰ ਇਹਨਾਂ ਦੇ ਹੱਥ ਬਿਮਾਰੀ ਦਾ ਕਾਰਨ ਆ ਜਾਵੇ, ਫਿਰ ਤਾਂ ਇਹ ਮੌਤ ਦੇ ਮੂੰਹ ਵਿੱਚੋਂ ਵੀ ਆਦਮੀ ਨੂੰ ਕੱਢ ਲਿਆਉਂਦੇ ਹਨ। ਇਹਨਾਂ ਵਿਚਾਰਿਆਂ ਦੀ ਕੋਈ ਪੇਸ਼ ਨਹੀਂ ਗਈ। ਤੇਰੇ ਬਾਬੇ ਨੇ ਕਿਹੜਾ ਕੋਈ ਫੂਕ ਮਾਰ ਕੇ ਇਸ ਨੂੰ ਰਾਜੀ ਕਰ ਦੇਣਾ? ਬਾਬਿਆਂ ਨੇ ਤਾਂ ਆਪਣੀ ਦਾਲ ਫੁਲਕੇ ਦਾ ਰੁਜ਼ਗਾਰ ਬਣਾਇਆ ਹੋਇਆ ਹੈ। ਇਸ ਤਰ੍ਹਾਂ ਦਾ ਰੁੱਖਾ ਜਿਹਾ ਜਵਾਬ ਸੁਣ ਕੇ ਬੀਬੀ ਗੁਰਦੇਵ ਕੌਰ ਚੁੱਪ ਕਰ ਗਈ। ਸਰਦਾਰ ਹਰੀ ਸਿੰਘ ਆਪ ਦੱਸਦੇ ਹੁੰਦੇ ਹਨ ਕਿ ਥੋੜੀ ਦੇਰ ਕਾਰ ਚਲਾਉਂਦੇ ਮੇਰੇ ਮਨ ਵਿੱਚ ਵਿਚਾਰ ਆਈ ਕਿ ਚਲੋ $2 ਦਾ ਪੈਟਰੋਲ ਹੀ ਹੋਰ ਵੱਧ ਲੱਗ ਜਾਏਗਾ। ਡਾਕਟਰਾਂ ਨੇ ਤਾਂ ਜਵਾਬ ਦੇ ਹੀ ਦਿੱਤਾ ਹੈ, ਚਲੋ ਗੁਰਦੇਵ ਕੌਰ ਦੇ ਮਨ ਦਾ ਸੰਕਲਪ ਹੀ ਪੂਰਾ ਹੋ ਜਾਵੇਗਾ। ਇਸ ਤਰ੍ਹਾਂ ਦੀ ਵਿਚਾਰ ਆਉਣ ਉਪਰੰਤ ਸਰਦਾਰ ਹਰੀ ਸਿੰਘ ਨੇ ਗੱਡੀ ਸਰਦਾਰ ਫੇਰਾ ਸਿੰਘ ਹੋਰਾਂ ਦੇ ਘਰ ਵੱਲ ਮੋੜ ਲਈ ਤੇ ਗੁਰਦੇਵ ਕੌਰ ਨੂੰ ਕਿਹਾ ਕਿ ਡਾਕਟਰਾਂ ਨੇ ਤਾਂ ਨਾਂ ਦਾ ਚਿੱਠਾ ਸਾਨੂੰ ਫੜਾ ਹੀ ਦਿੱਤਾ ਹੈ, ਹੁਣ ਤੂੰ ਬਾਬਿਆਂ ਪਾਸੋਂ ਜੋ ਵੀ ਇਸ ਦਾ ਕਰਵਾਉਣਾ ਹੈ ਕਰਵਾ ਲੈ। ਇਸ ਤਰ੍ਹਾਂ ਦੀਆਂ ਗੱਲਾਂ ਕਰਦੇ ਦੋਵੇਂ ਸਰਦਾਰ ਫੇਰਾ ਸਿੰਘ ਹੋਰਾਂ ਦੇ ਘਰ ਰਿਚਮੰਡ ਪਹੁੰਚ ਗਏ। ਬੂਹਾ ਖੜਕਾਇਆ। ਬੀਬੀ ਅਜੀਤ ਕੌਰ, ਜੋ ਸਰਦਾਰ ਫੇਰਾ ਸਿੰਘ ਹੋਰਾਂ ਦੀ ਸੁਪਤਨੀ ਸੀ, ਉਸ ਨੇ ਬੂਹਾ ਖੋਲ੍ਹਿਆ, ਫਤਿਹ ਬੁਲਾਈ ਤੇ ਅੰਦਰ ਬਿਠਾ ਲਿਆ। ਜਲ ਪਾਣੀ ਛਕਾ ਕੇ ਆਉਣ ਦਾ ਕਾਰਨ ਪੁੱਛਿਆ। ਸਰਦਾਰ ਹਰੀ ਸਿੰਘ ਤਾਂ ਚੁੱਪ ਰਹੇ, ਪਰ ਬੀਬੀ ਗੁਰਦੇਵ ਕੌਰ ਨੇ ਕਾਕਾ ਸੁਰਜੀਤ ਸਿੰਘ ਦੀ ਸਾਰੀ ਕਹਾਣੀ ਅਤੇ ਡਾਕਟਰਾਂ ਦੇ ਨਾ ਕਰਨ ਤੱਕ ਦਾ ਸਾਰਾ ਹਾਲ ਭਰੇ ਮਨ ਨਾਲ ਬੀਬੀ ਹੋਰਾਂ ਨੂੰ ਦੱਸਿਆ ਤੇ ਨਾਲ ਹੀ ਬੇਨਤੀ ਕੀਤੀ ਕਿ ਪਤਾ ਲੱਗਾ ਹੈ ਕਿ ਤੁਹਾਡੇ ਘਰ ਰਾਮਪੁਰ ਖੇੜੇ ਵਾਲੇ ਮਹਾਂਪੁਰਖ ਆਏ ਹੋਏ ਹਨ, ਤੁਸੀਂ ਸਾਡੀ ਉਹਨਾਂ ਪਾਸ ਸਿਫਾਰਿਸ਼ ਕਰੋ ਤਾਂ ਜੋ ਉਹ ਬੱਚੇ ਨੂੰ ਕੋਈ ਅਸ਼ੀਰਵਾਦ ਦੇਣ ਤੇ ਇਹ ਵਿਚਾਰਾ ਆਪਣੀ ਕਿਰਿਆ ਸੋਧਣ ਅਤੇ ਥੋੜਾ ਬਹੁਤਾ ਤੁਰਨ ਫਿਰਨ ਜੋਗਾ ਹੀ ਹੋ ਜਾਵੇ। ਬੀਬੀ ਅਜੀਤ ਕੌਰ ਨੇ ਉਹਨਾਂ ਦੇ ਨਾਲ ਹਮਦਰਦੀ ਪ੍ਰਗਟਾਈ ਤੇ ਆਪ ਬਾਬਾ ਜੀ ਪਾਸ ਉੱਪਰਲੇ ਕਮਰੇ ਵਿੱਚ, ਜਿੱਥੇ ਬਾਬਾ ਜੀ ਦੀ ਰਹਾਇਸ਼ ਸੀ, ਬੇਨਤੀ ਕਰਨ ਲਈ ਚਲੇ ਗਏ। ਸਤਿਕਾਰਯੋਗ ਸੰਤ ਬਾਬਾ ਸੇਵਾ ਸਿੰਘ ਜੀ ਲਿਖਦੇ ਨੇ ਕਿ ਦਾਸ ਵੀ ਬਾਬਾ ਜੀ ਦੇ ਪਾਸ ਹੀ ਬੈਠਾ ਸੀ। ਬੀਬੀ ਅਜੀਤ ਕੌਰ ਨੇ ਬਾਬਾ ਜੀ ਕੋਲ ਬੇਨਤੀ ਕੀਤੀ ਕਿ ਆਪ ਜੀ ਦੇ ਗੁਰਦੁਆਰਾ ਸਾਹਿਬ ਦੇ ਗੁਆਂਢੀ ਪਿੰਡ ਪੰਡੋਰੀ ਅਟਵਾਲ ਤੋਂ ਸਰਦਾਰ ਹਰੀ ਸਿੰਘ ਤੇ ਬੀਬੀ ਗੁਰਦੇਵ ਕੌਰ, ਜੋ ਅੱਜ ਕੱਲ੍ਹ ਇੱਥੇ ਐਬਸਫੋਰਡ ਨਗਰ ਵਿੱਚ ਰਹਿੰਦੇ ਨੇ, ਆਪਣੇ ਬੱਚੇ ਦੀ ਦੇਹ ਅਰੋਗਤਾ ਲਈ ਅਰਦਾਸ ਕਰਵਾਉਣ ਲਈ ਬੇਨਤੀ ਕਰਨ ਲਈ ਆਏ ਹਨ। ਮੈਂ ਕੀ ਉਹਨਾਂ ਨੂੰ ਉੱਪਰ ਲੈ ਆਵਾਂ? ਬਾਬਾ ਜੀ ਨੇ ਸਾਰੀ ਗੱਲ ਸੁਣੀ ਤੇ ਬੜੇ ਗੁੱਸੇ ਵਿੱਚ ਆ ਕੇ ਕਹਿਣ ਲੱਗੇ ਕਿ ਬੀਬੀ, ਮੈਂ ਇੱਥੇ ਕੋਈ ਲੋਕਾਂ ਦੇ ਮੁੰਡੇ ਕੁੜੀਆਂ ਰਾਜੀ ਕਰਨ ਵਾਸਤੇ ਆਇਆ। ਰੱਬ ਦੇ ਘਰ ਦੀ ਕੋਈ ਗੱਲ ਪੁੱਛਦਾ ਨਹੀਂ, ਸਾਰੇ ਦੁਨਿਆਵੀ ਪਰੇਸ਼ਾਨੀਆਂ ਦੇ ਸਵਾਲ ਲੈ ਕੇ ਹੀ ਆ ਰਹੇ ਹਨ। ਬੀਬੀ ਅਜੀਤ ਕੌਰ ਨੂੰ ਸੰਬੋਧਨ ਕਰਕੇ ਬਾਬਾ ਜੀ ਕਹਿਣ ਲੱਗੇ ਕਿ ਮੈਨੂੰ ਤੂੰ ਹੀ ਦੱਸ ਭਲਾ, ਅੱਗੇ ਮੈਂ ਕਿੰਨੇ ਕੁ ਲੋਕਾਂ ਦੇ ਮੁੰਡੇ ਰਾਜੀ ਕੀਤੇ ਨੇ? ਮੈਂ ਇੱਥੇ ਮੁੰਡੇ ਕੁੜੀਆਂ ਰਾਜੀ ਕਰਨ ਵਾਸਤੇ ਨਹੀਂ ਆਇਆ ਹੋਇਆ। ਬਾਬਾ ਜੀ ਦਾ ਗੁੱਸਾ ਦੇਖ ਕੇ ਬੀਬੀ ਜੀ ਤਾਂ ਉੱਥੋਂ ਚਲੇ ਗਏ। ਬਾਬਾ ਸੇਵਾ ਸਿੰਘ ਜੀ ਲਿਖਦੇ ਨੇ ਕਿ ਬਾਬਾ ਜੀ ਨੇ ਮੇਰੀ ਵੱਲ ਵੇਖਿਆ ਤੇ ਆਖਣ ਲੱਗੇ ਕਿ ਸੇਵਾ ਸਿੰਘ, ਸਮਾਨ ਇਕੱਠਾ ਕਰਕੇ ਅਟੈਚੀ ਵਿੱਚ ਬੰਦ ਕਰ, ਚਲੀਏ ਇੱਥੋਂ। ਮੈਂ ਸਤ ਵਚਨ ਕਿਹਾ ਤੇ ਸੰਗਤਾਂ ਵੱਲੋਂ ਦਿੱਤੇ ਸਰੂਪਾ ਵਜੋਂ ਕੱਪੜੇ ਜੋ ਬਾਹਰ ਹੀ ਇੱਧਰ ਉੱਧਰ ਪਏ ਸਨ, ਅਟੈਚੀ ਖੋਲ ਕੇ ਉਸ ਵਿੱਚ ਰੱਖਣੇ ਸ਼ੁਰੂ ਕਰ ਦਿੱਤੇ। ਆਪ ਬਾਬਾ ਜੀ ਜੋੜਾ ਪਾ ਕੇ ਮੰਜੇ ਤੋਂ ਹੇਠਾਂ ਪੈਰ ਲਮਕਾ ਕੇ ਬੈਠ ਗਏ ਤੇ ਚੱਲਣ ਵਾਲੀ ਸੋਟੀ ਦੋਹਾਂ ਹੱਥਾਂ ਵਿੱਚ ਫੜ ਲਈ ਅਤੇ ਹੱਥਾਂ ਉੱਪਰ ਆਪਣਾ ਸਿਰ ਟਿਕਾ ਲਿਆ। ਬਾਬਾ ਜੀ ਇੱਥੇ ਲਿਖਦੇ ਨੇ ਕਿ ਮੈਂ ਅਟੈਚੀ ਵਿੱਚ ਕੱਪੜੇ ਅਜੇ ਅੱਧੇ ਕੁ ਹੀ ਪਾਏ ਸਨ ਕਿ ਮੈਨੂੰ ਬਾਬਾ ਜੀ ਕਹਿਣ ਲੱਗੇ, ਸੇਵਾ ਸਿੰਘ ਦੇਖੀ ਉਹ ਕਿਤੇ ਚਲੇ ਤਾਂ ਨਹੀਂ ਗਏ। ਮੈਂ ਪੌੜੀ ਉਤਰ ਕੇ ਵੇਖਿਆ ਤਾਂ ਉਹ ਅਜੇ ਚਾਹ ਪੀ ਰਹੇ ਸਨ। ਮੈਂ ਬਾਬਾ ਜੀ ਨੂੰ ਆ ਕੇ ਦੱਸਿਆ ਕਿ ਨਹੀਂ ਬਾਬਾ ਜੀ, ਅਜੇ ਉਹ ਇੱਥੇ ਹੀ ਹਨ, ਅਜੇ ਜਲ ਪਾਣੀ ਹੀ ਛਕ ਰਹੇ ਹਨ, ਗਏ ਨਹੀਂ। ਬਾਬਾ ਜੀ ਨੇ ਮੁੜ ਮੈਨੂੰ ਦੁਬਾਰਾ ਭੇਜਿਆ ਕਿ ਜਾ ਬੀਬੀ ਅਜੀਤ ਕੌਰ ਨੂੰ ਕਹਿਣਾ ਕਿ ਬੱਚੇ ਵਾਲੀ ਬੀਬੀ ਨੂੰ ਜਿਸ ਲਈ ਉਹ ਬੇਨਤੀ ਕਰਨ ਆਏ ਸਨ ਨਾਲ ਲੈ ਕੇ ਆਵੇ, ਪਰ ਉਸ ਦਾ ਪਤੀ ਸਾਡੇ ਪਾਸ ਨਾ ਆਵੇ।
ਮੈਂ ਬੀਬੀ ਅਜੀਤ ਕੌਰ ਨੂੰ ਬਾਬਾ ਜੀ ਦਾ ਸੰਦੇਸ਼ ਪੁੱਜਦਾ ਕਰ ਦਿੱਤਾ। ਜਦੋਂ ਸੁਨੇਹਾ ਦੇ ਕੇ ਮੈਂ ਬਾਬਾ ਜੀ ਪਾਸ ਪੁੱਜਾ ਤਾਂ ਬਾਬਾ ਜੀ ਕਹਿਣ ਲੱਗੇ ਕਿ ਠਹਿਰ ਜਾ, ਕੱਪੜੇ ਅਟੈਚੀ ਵਿੱਚ ਅਜੇ ਨਾ ਪਾ, ਇਹਨਾਂ ਦੇ ਘਰ ਦਾ ਦਾਣਾ ਪਾਣੀ ਬਾਕੀ ਜੋ ਰਹਿੰਦਾ ਹੈ ਅਜੇ ਅਸੀਂ ਛਕਣਾ ਹੈ। ਮੈਂ ਉੱਥੇ ਹੀ ਸਾਂਭ ਸੰਭਾਲ ਦਾ ਕੰਮ ਛੱਡ ਦਿੱਤਾ ਤੇ ਬਾਬਾ ਜੀ ਪਾਸ ਬੈਠ ਗਿਆ। ਬੀਬੀ ਅਜੀਤ ਕੌਰ ਦੇ ਨਾਲ ਬੀਬੀ ਗੁਰਦੇਵ ਕੌਰ ਆਪਣੇ ਬੱਚੇ ਨੂੰ ਨਾਲ ਲੈ ਕੇ ਉੱਪਰ ਬਾਬਾ ਜੀ ਪਾਸ ਆ ਗਈ। ਬਾਬਾ ਜੀ ਨੇ ਪੁੱਛਿਆ, ਦੱਸ ਬੀਬੀ, ਇਸ ਬੱਚੇ ਨੂੰ ਕੀ ਤਕਲੀਫ ਹੈ? ਗੁਰਦੇਵ ਕੌਰ ਨੇ ਜਨਮ ਤੋਂ ਲੈ ਕੇ ਅੱਜ ਤੱਕ ਦੀ ਸਾਰੀ ਕਹਾਣੀ ਸੰਖੇਪ ਵਿੱਚ ਮਨ ਭਰ ਕੇ ਬਾਬਾ ਜੀ ਨੂੰ ਸੁਣਾਈ। ਸਾਰੀ ਵਾਰਤਾ ਸੁਣਨ ਉਪਰੰਤ ਬਾਬਾ ਜੀ ਨੇ ਪੁੱਛਿਆ ਕਿ ਬੀਬੀ, ਤੁਸੀਂ ਗੁਰਬਾਣੀ ਪੜ੍ਹਦੇ ਹੋ? ਉੱਤਰ ਨਾ ਵਿੱਚ ਸੀ। ਘਰ ਵਿੱਚ ਕੋਈ ਰੱਬ ਨੂੰ ਵੀ ਯਾਦ ਕਰਦਾ ਹੈ ਕਿ ਨਹੀਂ? ਬੀਬੀ ਗੁਰਦੇਵ ਕੌਰ ਨੇ ਸੱਚ-ਸੱਚ ਕਹਿ ਦਿੱਤਾ ਕਿ ਬਾਬਾ ਜੀ, ਸਾਡਾ ਸਾਰਾ ਸਹੁਰਾ ਪਰਿਵਾਰ ਨਾਸਤਕ ਹੈ, ਮੈਨੂੰ ਵੀ ਉਹਨਾਂ ਦੇ ਨਾਲ ਹੀ ਚੱਲਣਾ ਪੈਂਦਾ ਹੈ। ਬਾਬਾ ਜੀ ਨੇ ਬਚਨ ਕੀਤਾ, ਬੀਬੀ ਫਿਰ ਤਾਂ ਪਰਮੇਸ਼ਰ ਤੇ ਭੁੱਲਿਆ ਵਿਆਪਣ ਸਭੇ ਰੋਗ, ਵੇਮੁਖ ਹੋਏ RAM ਤੇ ਲੱਗਣ ਜਨਮ ਵਿਜੋਗ। ਸਤਿਗੁਰੂ ਜੀ ਦਾ ਫਰਮਾਨ ਤਾਂ ਇਹ ਹੈ ਕਿ ਜੈ ਤਨ ਬਾਣੀ ਵਿਸਰ ਜਾਏ, ਜਿਉ ਪੱਕਾ ਰੋਗੀ ਬਲ ਲਾਏ। ਹੁਣ ਦੱਸੋ ਮੈਂ ਇੱਥੇ ਕੀ ਕਰ ਸਕਦਾ ਹਾਂ? ਬੀਬੀ ਗੁਰਦੇਵ ਕੌਰ ਨੇ ਬੜੀ ਆਜ਼ਜੀ ਨਾਲ ਕਿਹਾ, ਬਾਬਾ ਜੀ, ਜੋ ਵੀ ਤੁਸੀਂ ਹੁਕਮ ਕਰੋਗੇ ਮੈਂ ਉਹ ਕਰਾਂਗੀ, ਇਹ ਬੱਚਾ ਰਾਜੀ ਹੋ ਜਾਏ। ਬਾਬਾ ਜੀ ਨੇ ਕਿਹਾ, ਬੀਬੀ, ਜੇ ਪਰਿਵਾਰ ਨਿਤਨੇਮ ਨਹੀਂ ਕਰਦਾ, ਤੁਸੀਂ ਆਪ ਹਰ ਰੋਜ਼ ਨਿਤਨੇਮ ਕਰਿਆ ਕਰੋ ਤੇ ਕਾਕੇ ਨੂੰ ਕੋਲ ਲਿਟਾ ਲਿਆ ਕਰੋ। ਨਿਤਨੇਮ ਤੋਂ ਇਲਾਵਾ ਅੱਧਾ ਘੰਟਾ ਮੂਲ ਮੰਤਰ ਦਾ ਜਾਪ ਇਸ ਬੱਚੇ ਦੇ ਕੋਲ ਬੈਠ ਕੇ ਇਸ ਨੂੰ ਸੁਣਾਇਆ ਕਰੋ। ਪਾਠ ਅਤੇ ਜਾਪ ਉਪਰੰਤ ਇਸ ਦੀ ਤੰਦਰੁਸਤੀ ਲਈ ਮਹਾਰਾਜ ਜੀ ਪਾਸ ਅਰਦਾਸ ਵੀ ਹਰ ਰੋਜ਼ ਬਿਨਾਂ ਨਾਗਾ ਕਰਿਆ ਕਰੋ। ਗੁਰੂ ਮਹਾਰਾਜ ਜੀ ਮਿਹਰ ਕਰਨਗੇ, ਮਹੀਨੇ ਖੰਡ ਵਿੱਚ ਹੀ ਇਸ ਨੂੰ ਫਰਕ ਪੈਣ ਲੱਗ ਜਾਏਗਾ। ਕਿਸੇ ਨੂੰ ਦੱਸਣਾ ਨਹੀਂ, ਗੁਰੂ ਮਹਾਰਾਜ ਜੀ ਦਾ ਧੰਨਵਾਦ ਕਰਨਾ ਤੇ ਇਸ ਨਿਯਮ ਨੂੰ ਜਾਰੀ ਰੱਖਣਾ ਤੇ ਠੀਕ ਹੋਣ ਉਪਰੰਤ ਵੀ ਇਸ ਨਿਯਮ ਨੂੰ ਛੱਡਣਾ ਨਹੀਂ ਤੇ ਬਾਅਦ ਵਿੱਚ ਮੇਰੇ ਪਾਸ ਆਉਣ ਦੀ ਲੋੜ ਕੋਈ ਨਹੀਂ। ਇੰਨੇ ਬਚਨ ਕਹਿ ਕੇ ਆਪ ਮੁੜ ਮੰਜੇ ਤੇ ਬੈਠ ਕੇ ਸਿਮਰਨ ਕਰਨ ਲੱਗ ਪਏ। ਬੀਬੀ ਗੁਰਦੇਵ ਕੌਰ ਬੱਚੇ ਨੂੰ ਲੈ ਕੇ ਆਪਣੇ ਪਤੀ ਪਾਸ ਗਈ ਤੇ ਇੱਥੋਂ ਉਹ ਆਪਣੇ ਘਰ ਨੂੰ ਚਲੇ ਗਏ। ਰਸਤੇ ਵਿੱਚ ਹਰੀ ਸਿੰਘ ਹੋਰਾਂ ਨੇ ਆਪਣੀ ਘਰਵਾਲੀ ਨੂੰ ਪੁੱਛਿਆ ਕਿ ਬਾਬਿਆਂ ਨੇ ਕੀ ਕਿਹਾ? ਬੀਬੀ ਨੇ ਨਿਤਨੇਮ ਕਰਨ ਅਤੇ ਮੂਲ ਮੰਤਰ ਦਾ ਜਾਪ ਬੱਚੇ ਨੂੰ ਸੁਣਾਉਣ ਦਾ ਜੋ ਬਾਬਾ ਜੀ ਨੇ ਹੁਕਮ ਕੀਤਾ ਸੀ ਦੱਸ ਦਿੱਤਾ। ਹਰੀ ਸਿੰਘ ਹੋਰੀ ਇੱਕ ਲੰਮਾ ਹੌਕਾ ਲਾ ਕੇ ਕਹਿਣ ਲੱਗੇ, ਬਸ ਹੋ ਗਈ ਤੇਰੀ ਤਸੱਲੀ, ਮੈਨੂੰ ਪਹਿਲਾਂ ਹੀ ਪਤਾ ਸੀ ਕਿ ਬਾਬਿਆਂ ਨੇ ਆ ਪਾਠ ਕਰਨ ਲਈ ਕਹਿਣਾ ਤੇ ਨਾਲ ਪੁੱਛਿਆ ਕਿ ਕੀ ਕਰਿਆ ਕਰੇਂਗੀ? ਬੀਬੀ ਗੁਰਦੇਵ ਕੌਰ ਨੇ ਕਿਹਾ ਕਿ ਹੋਰ ਤਾਂ ਆਸਰਾ ਹੋਰ ਰਹਿ ਕੋਈ ਨਹੀਂ ਗਿਆ। ਹਾਂ, ਮੈਂ ਤਾਂ ਜ਼ਰੂਰ ਹੀ ਪਾਠ ਤੇ ਮੂਲ ਮੰਤਰ ਦਾ ਜਾਪ ਜਿਵੇਂ ਬਾਬਾ ਜੀ ਨੇ ਦੱਸਿਆ ਹੈ ਜ਼ਰੂਰ ਕਰਿਆ ਕਰਾਂਗੀ। ਮੈਨੂੰ ਯਕੀਨ ਹੈ ਕਿ ਪ੍ਰਮਾਤਮਾ ਜ਼ਰੂਰ ਸਾਡੀ ਝੋਲੀ ਖੈਰ ਪਾਏਗਾ। ਇਸ ਤਰ੍ਹਾਂ ਦੀਆਂ ਗੱਲਾਂ ਕਰਦੇ ਇਹ ਜੋੜਾ ਘਰ ਪੁੱਜ ਗਿਆ। ਅਗਲੇ ਦਿਨ ਹੀ ਬੀਬੀ ਗੁਰਦੇਵ ਕੌਰ ਨੇ ਗੁਟਕਾ ਲਿਆ ਤੇ ਸਹਿਜੇ ਸਹਿਜੇ 5 ਬਾਣੀਆਂ ਦਾ ਨਿਤਨੇਮ ਪੂਰਾ ਕਰ ਲਿਆ। ਪਤੀ ਦੇਵ ਨੂੰ ਕੰਮ ਤੇ ਤੋਰ ਕੇ ਬੱਚੇ ਨੂੰ ਗੋਦੀ ਵਿੱਚ ਲੈ ਕੇ ਮੂਲ ਮੰਤਰ ਦਾ ਜਾਪ ਸੁਣਾਇਆ ਅਤੇ ਤੰਦਰੁਸਤੀ ਲਈ ਗੁਰੂ ਚਰਨਾਂ ਵਿੱਚ ਅਰਦਾਸ ਕੀਤੀ। ਹੁਣ ਹਰ ਰੋਜ਼ ਦਾ ਨਿਯਮ ਬਣਾ ਲਿਆ। ਇਸ ਤੋਂ ਇਲਾਵਾ ਜਦੋਂ ਵੀ ਥੋੜਾ ਵੇਲ ਮਿਲਦਾ ਮੂਲ ਮੰਤਰ ਦਾ ਜਾਪ ਇਹ ਬੀਬੀ ਆਪਣੇ ਬੱਚੇ ਨੂੰ ਸੁਣਾਉਂਦੀ ਰਹਿੰਦੀ। ਗੁਰੂ ਦੀ ਬਾਣੀ ਪੜ੍ਹਨ ਅਤੇ ਮਨ ਇਕਾਗਰ ਕਰਕੇ ਅਰਦਾਸਾਂ ਕਰਨ ਦਾ ਸਦਕਾ ਸੁਰਜੀਤ ਸਿੰਘ ਦੀ ਸਿਹਤ ਵਿੱਚ ਸੁਧਾਰ ਹੋਣਾ ਸ਼ੁਰੂ ਹੋ ਗਿਆ। ਕਦੀ-ਕਦੀ ਬੱਚਾ ਬਾਂਹ ਚੁੱਕ ਲੈਂਦਾ ਤੇ ਆਪਣੇ ਹੱਥ ਨਾਲ ਦੁੱਧ ਦੀ ਬੋਤਲ ਮੂੰਹ ਵਿੱਚ ਪਾ ਕੇ ਪੀਂਦਾ। ਕਿਤੇ-ਕਿਤੇ ਲੱਤ ਵੀ ਹਿਲਾਉਣ ਲੱਗਾ। ਚਿਹਰੇ ਦੀ ਟਹਿਕ ਵੀ ਬਦਲ ਗਈ। ਮਹੀਨੇ ਤੋਂ ਉੱਪਰ ਸਮਾਂ ਬੱਚੇ ਨੂੰ ਗੁਰਬਾਣੀ ਦੀ ਔਸ਼ਧੀ ਖਵਾਉਂਦਿਆਂ ਬਤੀਤ ਹੋ ਗਿਆ। ਇਹਨਾਂ ਦੇ ਘਰ ਦੀ ਬੇਸਮੈਂਟ ਵਿੱਚ ਇੱਕ ਮੁਸਲਮਾਨ ਪਰਿਵਾਰ ਕਿਰਾਏ ਤੇ ਰਹਿੰਦਾ ਹੁੰਦਾ ਸੀ। ਉਹਨਾਂ ਦੀ ਇੱਕ ਕਾਫੀ ਬਿਰਧ ਮਾਤਾ ਸੀ। ਘਰ ਵਾਲੇ ਬਾਹਰ ਲਾਨ ਵਿੱਚ ਉਸ ਨੂੰ ਕੁਰਸੀ ਢਾਹ ਕੇ ਬਿਠਾ ਦਿੰਦੇ ਤਾਂ ਜੋ ਉਹ ਵੀ ਵਿਚਾਰੀ ਬਾਹਰ ਦੀ ਤਾਜ਼ੀ ਹਵਾ ਲੈ ਸਕੇ। ਉੱਪਰ ਬੀਬੀ ਗੁਰਦੇਵ ਕੌਰ ਵੀ ਇੱਕ ਨਿੱਕੀ ਜਿਹੀ ਮੰਜੀ ਢਾਹ ਕੇ ਆਪਣੇ ਬੱਚੇ ਨੂੰ ਉਸ ਪਾਸ ਲਿਟਾ ਦਿੰਦੀ। ਦੋਵੇਂ ਇੱਕ ਦੂਜੇ ਵੱਲ ਦੇਖ-ਦੇਖ ਕੇ ਆਪਣਾ ਸਮਾਂ ਬਤੀਤ ਕਰਦੇ ਸਨ। ਇੱਕ ਦਿਨ ਉਸ ਬਜ਼ੁਰਗ ਮਾਤਾ ਨੇ ਬੱਚੇ ਨੂੰ, ਜੋ 3 ਸਾਲ ਦੇ ਕਰੀਬ ਉਮਰ ਦਾ ਹੋ ਚੁੱਕਾ ਸੀ, ਮੰਜੀ ਤੋਂ ਚੁੱਕ ਕੇ ਕੁਰਸੀ ਨਾਲ ਖੜਾ ਕਰਨ ਦਾ ਯਤਨ ਕੀਤਾ। ਥੋੜੇ ਸਹਾਰੇ ਨਾਲ ਬੱਚਾ ਕੁਰਸੀ ਦੇ ਨਾਲ ਖੜਾ ਹੋ ਗਿਆ ਤੇ ਕੁਰਸੀ ਦੀ ਲੱਤ ਨੂੰ ਫੜ ਕੇ ਥੋੜਾ ਪਰਾਂ ਪੈਰ ਪੁੱਟਣ ਦਾ ਯਤਨ ਕਰੇ ਤੇ ਨਾਲੇ ਰੋਈ ਜਾਏ। ਯਤਨ ਕਰਦੇ ਕਰਦੇ ਉਸ ਬੱਚੇ ਨੇ 2 ਨਿੱਕੀਆਂ-ਨਿੱਕੀਆਂ ਲਾਂਘਾਂ ਪੁੱਟ ਲਈਆਂ।
ਬੱਚੇ ਦੇ ਥੋੜਾ ਖੜਾ ਹੋਣ ਅਤੇ ਤੁਰਨ ਕਾਰਨ ਬਿਰਧ ਮਾਤਾ ਵੀ ਬੜੀ ਖੁਸ਼ੀ ਵਿੱਚ ਆਈ ਅਤੇ ਬੀਬੀ ਗੁਰਦੇਵ ਕੌਰ ਨੂੰ ਆਵਾਜ਼ਾਂ ਮਾਰਨ ਲੱਗੀ ਕਿ ਬੀਬੀ ਗੁਰਦੇਵ ਕੌਰ, ਤੇਰਾ ਬੱਚਾ ਤਾਂ ਤੁਰਨ ਲੱਗ ਪਿਆ, ਆਹ ਵੇਖ ਲੈ। ਉਸ ਬਿਰਧ ਮਾਤਾ ਦੇ ਕਹਿਣ ਦਾ ਕਿਸੇ ਨੇ ਯਕੀਨ ਨਾ ਕੀਤਾ, ਸਗੋਂ ਅੰਦਰੋਂ ਸਰਦਾਰ ਹਰੀ ਸਿੰਘ ਖਿੱਝ ਕੇ ਕਹਿਣ ਲੱਗੇ ਕਿ ਅਸੀਂ ਤਾਂ ਪਹਿਲਾਂ ਹੀ ਕਿਸਮਤ ਦੇ ਮਾਰੇ ਹੋਏ ਹਾਂ, ਹੁਣ ਇਹ ਕਿਰਾਏਦਾਰ ਵੀ ਸਾਨੂੰ ਮਖੌਲ ਕਰਨ ਲੱਗ ਪਏ ਹਨ। ਗੁਰਦੇਵ ਕੌਰ ਨੂੰ ਸੰਬੋਧਨ ਕਰਕੇ ਉਹ ਆਖਣ ਲੱਗੇ ਕਿ ਇਸ ਬੁੱਢੀ ਨੂੰ ਕਹਿ ਦਿਓ ਕਿ ਐਵੇਂ ਸਾਨੂੰ ਆਵਾਜ਼ਾਂ ਨਾ ਮਾਰੇ, ਆਰਾਮ ਨਾਲ ਬੈਠ ਕੇ ਆਪਣਾ ਅੱਲਾਹੂ ਅੱਲਾਹੂ ਕਰੀ ਜਾਵੇ। ਪਰ ਬੁੱਢੀ ਮਾਤਾ ਨੂੰ ਉੱਚਾ ਸੁਣਦਾ ਸੀ। ਉਸ ਨੇ ਫੇਰ ਦੁਬਾਰਾ ਬੱਚੇ ਦੇ ਖੜੇ ਹੋਣ ਅਤੇ ਪੁਲਾਂਘ ਪੁੱਟਣ ਦੀ ਗੱਲ ਦੁਹਰਾਈ। ਮਾਤਾ ਦੇ ਦੁਬਾਰਾ ਕਹਿਣ ਤੇ ਬੀਬੀ ਗੁਰਦੇਵ ਕੌਰ ਨੇ ਰਸੋਈ ਵਿੱਚੋਂ ਬਾਹਰ ਜਾ ਕੇ ਵੇਖਿਆ ਕਿ ਸੱਚਮੁੱਚ ਹੀ ਉਸ ਦਾ ਇਹ ਇਕਲੌਤਾ ਪੁੱਤਰ, ਜੋ 3 ਸਾਲਾਂ ਤੋਂ ਮਾਸ ਦਾ ਬੁੱਤ ਸੀ, ਭੰਗੂੜੇ ਵਿੱਚ ਜਾਂ ਮੰਜੇ ਉੱਪਰ ਹੀ ਪਿਆ ਰਹਿੰਦਾ ਸੀ, ਆਪਣੇ ਆਪ ਖੜਾ ਸੀ। ਖੜਾ ਵੇਖ ਕੇ ਆਪੇ ਤੋਂ ਬਾਹਰੀ ਹੋ ਕੇ ਬੱਚੇ ਨੂੰ ਜਾ ਚੰਬੜੀ ਤੇ ਛਾਤੀ ਨਾਲ ਲਾ ਕੇ ਪਿਆਰ ਤੇ ਵੈਰਾਗ ਵਿੱਚ ਬਹਿ ਤੁਰੀ ਤੇ ਧੰਨ ਗੁਰੂ ਨਾਨਕ ਦੀ ਉੱਚੀ ਉੱਚੀ ਰਟ ਲਾਉਣ ਲੱਗੀ। ਜਿਸ ਨੂੰ ਸੁਣ ਕੇ ਹਰੀ ਸਿੰਘ ਹੋਰੀ ਵੀ ਭੱਜੇ ਆਏ ਅਤੇ ਇਹ ਸਾਰਾ ਕੁਝ ਦੇਖ ਕੇ ਉਹਨਾਂ ਦੀਆਂ ਅੱਖਾਂ ਵੀ ਪਿਆਰ ਵਿੱਚ ਸੇਜਲ ਹੋ ਗਈਆਂ। ਸਰਦਾਰ ਹਰੀ ਸਿੰਘ ਦੀ ਆਤਮਾ ਨੇ ਉਸ ਨੂੰ ਇਹ ਸੋਚਣ ਲਈ ਮਜਬੂਰ ਕਰ ਦਿੱਤਾ ਕਿ ਪਾਠ ਅਤੇ ਮੂਲ ਮੰਤਰ ਦੇ ਜਾਪ ਵਿੱਚ ਵਾਕਿਆ ਹੀ ਸ਼ਕਤੀ ਹੈ। 3 ਸਾਲ ਤੱਕ ਡਾਕਟਰਾਂ ਦੇ ਇਲਾਜ ਕਰਨ ਤੇ ਸਰਜੀਤ ਸਿੰਘ ਨੂੰ ਭੋਰਾ ਫਰਕ ਨਹੀਂ ਪਿਆ। ਗੁਰਬਾਣੀ ਦਾ ਪਾਠ ਤੇ ਮੂਲ ਮੰਤਰ ਦੇ ਜਾਪ ਕਰਨ ਨਾਲ 1 ਮਹੀਨੇ ਵਿੱਚ ਹੀ ਇਹ ਖੜਾ ਹੋਣ ਲੱਗ ਪਿਆ ਹੈ। ਹਰੀ ਸਿੰਘ ਹੋਰਾਂ ਦੇ ਆਪ ਦੱਸਣ ਅਨੁਸਾਰ ਕਿ ਉਹ ਦਿਨ ਮੇਰੇ ਜੀਵਨ ਵਿੱਚ ਪਰਿਵਰਤਨ ਲਿਆਉਣ ਵਾਲਾ ਸੀ ਤੇ ਉਸੇ ਦਿਨ ਤੋਂ ਮੈਂ ਵੀ ਗੁਰਬਾਣੀ ਪੜ੍ਹਨੀ ਸ਼ੁਰੂ ਕਰ ਦਿੱਤੀ ਅਤੇ ਗੁਰੂ ਚਰਨਾਂ ਨਾਲ ਦਿਨ ਬਾ ਦਿਨ ਪਿਆਰ ਵੱਧਦਾ ਗਿਆ। ਅੱਜ ਸਾਰਾ ਪਰਿਵਾਰ ਅੰਮ੍ਰਿਤਧਾਰੀ ਬਣ ਕੇ ਸੱਚੇ ਅਤੇ ਸਿੱਧੇ ਰਸਤੇ ਤੇ ਚੱਲ ਰਹੇ ਹਨ। ਅਗਿਆਨਤਾ ਵਿੱਚ ਤਰਕਾਂ ਕਰਦਿਆਂ ਜੋ ਸਮਾਂ ਖਰਾਬ ਹੋਇਆ, ਹਰੀ ਸਿੰਘ ਹੋਰੀ ਦੱਸਦੇ ਹੁੰਦੇ ਹਨ ਕਿ ਉਸ ਦਾ ਕਈ ਵਾਰ ਬਹੁਤ ਪਛਤਾਵਾ ਲੱਗਦਾ ਹੈ। ਗੁਰੂ ਚਰਨਾਂ ਵਿੱਚ ਅਰਦਾਸ ਕਰੀਦੀ ਹੈ ਕਿ ਹੇ ਮਾਲਕ, ਹੁਣ ਜੇ ਆਪ ਨੇ ਕਿਰਪਾ ਕਰਕੇ ਸੱਚੇ ਮਾਰਗ ਦੇ ਪਾਂਧੀ ਬਣਾਇਆ ਹੈ ਤਾਂ ਹੁਣ ਆਪਣੇ ਚਰਨਾਂ ਨਾਲੋਂ ਵਿਛੋੜਾ ਨਾ ਪਾਇਓ। ਉਸ ਸਰਜੀਤ ਸਿੰਘ, ਜਿਸ ਨੂੰ ਡਾਕਟਰਾਂ ਨੇ ਸਰੀਰਕ ਅਤੇ ਦਿਮਾਗੀ ਤੌਰ ਤੇ ਨਕਾਰਾ ਕਰਾਰ ਦੇ ਦਿੱਤਾ ਸੀ, ਪਿਛਲੇ ਸਾਰੇ ਸਾਲਾਂ ਵਿੱਚ ਆਪਣੀਆਂ ਸਾਰੀਆਂ ਕਲਾਸਾਂ A ਗ੍ਰੇਡ ਲੈ ਕੇ ਪਾਸ ਹੁੰਦਾ ਰਿਹਾ। 1999 ਵਿੱਚ ਉਸ ਨੇ ਚੰਗੇ ਨੰਬਰਾਂ ਵਿੱਚ ਗ੍ਰੈਜੂਏਸ਼ਨ ਕਰ ਲਈ ਹੈ ਅਤੇ ਅਗਾਂਹ ਪੜ੍ਹਨ ਲਈ ਤਿਆਰ ਹੈ। ਸਰੀਰਕ ਅਤੇ ਦਿਮਾਗੀ ਤੌਰ ਤੇ ਉਹ ਸਾਰੇ ਆਪਣੇ ਕੰਮਕਾਜ ਖੁਦ ਕਰਦਾ ਹੈ। ਮਨੁੱਖ ਦੀ ਜ਼ਿੰਦਗੀ ਵਿੱਚ ਕਈ ਵਾਰੀ ਐਸੇ ਸਮੇਂ ਆ ਜਾਂਦੇ ਹਨ ਜਦੋਂ ਦੁੱਖ ਵੀ ਦਾਰੂ ਦਾ ਕੰਮ ਕਰ ਜਾਂਦਾ ਹੈ। ਸੁੱਖ ਦੇ ਸਮੇਂ ਮਨੁੱਖ ਪਦਾਰਥਾਂ ਦੇ ਸੁੱਖਾਂ ਨੂੰ ਮਾਣਦਾ ਹੈ ਅਤੇ ਸੁੱਖ ਦੇਣ ਵਾਲੇ ਦਾਤੇ ਨੂੰ ਵਿਸਾਰ ਦਿੰਦਾ ਹੈ ਅਤੇ ਦਾਤ ਪਿਆਰੀ ਵਿਸਰਿਆ ਦਾਤਾਰਾ ਦੀ ਖੇਡ ਵਰਤ ਜਾਂਦੀ ਹੈ। ਫੇਰ ਜਦੋਂ ਕਿਤੇ ਕੋਈ ਦੁੱਖ ਦੀ ਚੋਟ ਲੱਗਦੀ ਹੈ, ਫੇਰ ਸੁੱਖ ਦੇਣ ਵਾਲਾ ਦਾਤਾ ਚੇਤੇ ਆਉਂਦਾ ਹੈ, ਯਾਦ ਆਉਂਦਾ ਹੈ। ਸਾਹਿਬਾਂ ਦਾ ਪਾਵਨ ਬਚਨ ਹੈ ਕਿ ਦੁੱਖ ਲਾਗੇ ਤਾਂ ਰਾਮ ਪੁਕਾਰਾ ਹੈ। ਗੁਰੂ ਦਰ ਤਾਂ ਅਰਦਾਸ ਹੀ ਕਰਨੀ ਚਾਹੀਦੀ ਹੈ ਕਿ ਹੇ ਪਰਮੇਸ਼ਰ ਜੀਓ, ਹੇ ਪ੍ਰਭੂ ਜੀਓ, ਤੂੰ ਮੈਨੂੰ ਕਿਉਂ ਵਿਸਰਦਾ ਹੈ? ਤੇਰੇ ਵਿਸਰਿਆਂ ਮੈਨੂੰ ਬਹੁਤ ਦੁੱਖ ਲੱਗਦਾ ਹੈ, ਇਸ ਲਈ ਤੂੰ ਮੈਨੂੰ ਕਦੇ ਨਾ ਵਿਸਰ। ਤੇਰੇ ਵਿਸਰਿਆਂ ਮੈਨੂੰ ਸਰੀਰਕ ਅਤੇ ਮਾਨਸਿਕ ਦੁੱਖ ਆ ਘੇਰਦੇ ਹਨ। ਕੀ ਵਿਸਰੈ ਦੁੱਖ ਬਹੁਤਾ ਲੱਗੈ, ਦੁੱਖ ਲੱਗੈ ਤੂੰ ਵਿਸਰ ਨਾਹੀ। ਦੂਸਰੇ, ਗੁਰੂ ਕੀ ਬਾਣੀ ਵਿੱਚ ਬਹੁਤ ਵੱਡੀ ਸ਼ਕਤੀ ਹੈ। ਗੁਰਬਾਣੀ ਮਨੁੱਖ ਨੂੰ ਸਰੀਰਕ ਤੇ ਆਤਮਿਕ ਦੋਵਾਂ ਰੋਗਾਂ ਤੋਂ ਨਿਜਾਤ ਦਿਵਾਉਂਦੀ ਹੈ। ਲੋੜ ਕੇਵਲ ਭਾਵਨੀ ਨਾਲ ਸੁਣਨ ਅਤੇ ਸੁਣ ਕੇ ਮਨ ਵਿੱਚ ਵਸਾਉਣ ਦੀ ਹੈ। ਜੋ ਸੁਣ ਲੈਂਦਾ ਹੈ ਤੇ ਫਿਰ ਮਨ ਵਿੱਚ ਵਸਾ ਲੈਂਦਾ ਹੈ, ਉਸ ਸੰਬੰਧੀ ਸਤਿਗੁਰੂ ਬਚਨ ਕਰਦੇ ਨੇ ਕਿ ਦੁੱਖ ਰੋਗ ਸੰਤਾਪ ਉਤਰੇ ਸੁਣੀ ਸੱਚੀ ਬਾਣੀ ਤਥਾ ਗੁਰ ਕੀ ਬਾਣੀ ਜਿਸ ਮਨ ਵਸੈ ਦੁੱਖ ਦਰਦ ਸਭ ਤਾਂ ਕਾ ਨਸੈ ਵਾਲੇ ਬਚਨ ਸਤ ਹੋ ਜਾਂਦੇ ਹਨ।